ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਟਰੰਪ ਖਿਲਾਫ ਸੈਨੇਟ 'ਚ ਮਹਾਦੋਸ਼ ਦੀ ਕਾਰਵਾਈ ਦਾ ਵਿਰੋਧ। ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਮਿਲ ਰਹੀ ਹੈ ਧਮਕੀ। ਬਾਈਡਨ ਪ੍ਰਸ਼ਾਸਨ ਨੇ ਊਰਜਾ ਵਿਭਾਗ ਵਿੱਚ ਅਹਿਮ ਅਹੁਦਿਆਂ ਤੇ ਭਾਰਤੀ ਮੂਲ ਦੇ ਲੋਕਾਂ ਦੀ ਕੀਤੀ ਨਿਯੁਕਤੀ। ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਬੀਬੀ ਵਿੱਤ ਮੰਤਰੀ ਹੋਵੇਗੀ ਜੈਨੇਟ ਯੇਲਨ। ਕੈਨੇਡਾ MP ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਕਾਕਸ ਵਿੱਚੋਂ ਕੀਤਾ ਗਿਆ ਬਾਹਰ। ਸਰਕਾਰੀ ਨਿਵਾਸ ਦੀ ਮੁਰੰਮਤ ਕਰਨ ਇਤਿਹਾਸਕ ਬਲੇਅਰ ਹਾਊਸ 'ਚ ਠਹਿਰੀ ਹੈਰਿਸ। ਕਿਸਾਨਾਂ ਦੇ ਹੱਕ ਵਿੱਚ ਨਿਊਜ਼ੀਲੈਂਡ ਵਿੱਚ ਵੀ ਨਿਕਲੀ ਟਰੈਕਟਰ ਪਰੇਡ। कोरोना कारण कैनेडा कौमांतरी यात्रियों ते लगा सकता है होर सख्त पाबंदियां। पेश ने हुण खबरां विस्तार नाल। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਸੈਨੇਟ ਵਿੱਚ ਚਲਾਉਣ ਲਈ ਜਦੋਂ ਸਦਨ ਤੇ ਮੈਂਬਰ ਤਿਆਰ ਹੋ ਰਹੇ ਹਨ ਤਾਂ ਵੱਡੀ ਗਿਣਤੀ ਰਿਪਬਲਿਕਨ ਸੈਨੇਟਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਤੋਂ ਜਾਪਦਾ ਹੈ ਕਿ ਅਮਰੀਕੀ ਕੈਪੀਟਲ ਤੇ ਟਰੰਪ ਹਮਾਇਤੀਆਂ ਵੱਲੋਂ ਕੀਤੇ ਗਏ ਹਮਲੇ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਸਜ਼ਾ ਸੁਣਾਏ ਜਾਣ ਤੇ ਘੱਟ ਹੀ ਅਸਰ ਦਿਖਾਈ ਦੇ ਰਹੇ ਹਨ। ਸੈਨੇਟ ਵਿੱਚ ਮਹਾਦੋਸ਼ ਬਾਰੇ ਬਹਿਸ ਦੀ ਕਾਰਵਾਈ 8 ਫਰਵਰੀ ਤੋਂ ਸ਼ੁਰੂ ਹੋਵੇਗੀ। ਡੈਮੋਕ੍ਰੇਟ ਮੈਂਬਰਾਂ ਦਾ ਮੰਨਣਾ ਹੈ ਕਿ ਟਰੰਪ ਨੂੰ ਸਜ਼ਾ ਦੇਣ ਦੇ ਨਾਲ ਰਾਸ਼ਟਰਪਤੀ ਅਹੁਦਾ ਮੁੜ ਸੰਭਾਲਣ ਤੇ ਰੋਕ ਸੰਬੰਧੀ ਵੱਖਰੀ ਵੋਟਿੰਗ ਹੋਣੀ ਚਾਹੀਦੀ ਹੈ। ਹੁਣ ਜਦੋਂ ਟਰੰਪ ਦਾ ਕਾਰਜਕਾਲ ਖਤਮ ਹੋ ਗਿਆ ਹੈ ਤਾਂ ਉਸ ਵੱਲੋਂ ਦਿੱਤੇ ਗਏ ਭੜਕਾਊ ਬਿਆਨ ਨੂੰ ਰਿਪਬਲਿਕਨ ਸੈਨੇਟਰ ਅਣਗੌਲਿਆਂ ਕਰਨ ਦੇ ਰੌਂਅ 'ਚ ਹਨ। ਉਹ ਟਰੰਪ ਦੇ ਬਚਾਅ ਤੇ ਆ ਗਏ ਹਨ, ਜਿਵੇਂ ਪਹਿਲੀ ਵਾਰ ਮਹਾਦੋਸ਼ ਲੱਗਣ ਤੇ ਰਿਪਬਲਿਕਨ ਸੈਨੇਟਰਾਂ ਨੇ ਕੀਤਾ ਸੀ। ਸੈਨੇਟਰ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਇਸ ਮਹਾਦੋਸ਼ ਦੀ ਕਾਰਵਾਈ ਨੂੰ ਖਤਮ ਕਰਨ ਲਈ ਵੋਟ ਪਾਉਣਗੇ। ਫੈਡਰਲ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਜਾਂ ਅਮਰੀਕੀ ਸੰਸਦ ਦੇ ਬਾਹਰ ਉਹਨਾਂ ਤੇ ਹਮਲਾ ਕਰਨ ਦੀਆਂ ਧਮਕੀਆਂ ਦੀ ਜਾਂਚ ਕਰ ਰਹੇ ਹਨ। ਅਮਰੀਕਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਕੀਆਂ ਅਤੇ US ਕੈਪੀਟਲ ਤੇ ਦੁਬਾਰਾ ਹਥਿਆਰਬੰਦ ਪ੍ਰਦਰਸ਼ਨਕਾਰੀਆਂ ਦੇ ਹਮਲੇ ਦੀ ਚਿੰਤਾ ਵਿਚਾਲੇ ਕੈਪੀਟਲ ਪੁਲਿਸ ਨੇ ਟਰੰਪ ਖਿਲਾਫ ਚੁਣਵਾਈ ਤੋਂ ਪਹਿਲਾਂ ਨੈਸ਼ਨਲ ਗਾਰਡ ਦੇ ਹਜ਼ਾਰਾਂ ਜਵਾਨਾਂ ਨੂੰ ਵਾਸ਼ਿੰਗਟਨ ਵਿੱਚ ਤਾਇਨਾਤ ਰਹਿਣ ਦਾ ਫੈਸਲਾ ਕੀਤਾ ਹੈ। ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਮਿਲ ਰਹੀ ਧਮਕੀ ਨੇ ਹੁਣ ਚਿੰਤਾ ਵਧਾ ਦਿੱਤੀ ਹੈ। ਸ਼ਰਤ ਤੇ ਮਾਮਲੇ ਤੋਂ ਜਾਣੂ ਅਧਿਕਾਰੀ ਨੇ ਦੱਸਿਆ ਕਿ ਬਾਈਡਨ ਦੇ ਸਹੁੰ ਚੁੱਕ ਪ੍ਰੋਗਰਾਮ ਤੋਂ ਪਹਿਲਾਂ ਜਾਂਚ ਅਧਿਕਾਰੀਆਂ ਨੂੰ ਅਜਿਹੀਆਂ ਹੀ ਧਮਕੀਆਂ ਮਿਲੀਆਂ ਸਨ, ਪਰ ਹੁਣ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਇਸ ਗੱਲ ਦਾ ਪਤਾ ਲਾ ਰਹੇ ਹਨ ਕਿ ਇਹ ਕਿੰਨੀ ਭਰੋਸੇਯੋਗ ਹੈ। ਅਮਰੀਕਾ ਵਿੱਚ ਬਾਈਡਨ ਪ੍ਰਸ਼ਾਸਨ ਨੇ ਊਰਜਾ ਵਿਭਾਗ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਭਾਰਤੀ ਮੂਲ ਦੇ 4 ਲੋਕਾਂ ਨੂੰ ਨਿਯੁਕਤ ਕੀਤਾ ਹੈ। ਪ੍ਰਸ਼ਾਸਨ ਨੇ ਚੀਫ ਆਫ ਸਟਾਫ ਦੇ ਅਹੁਦੇ ਤੇ ਤਾਰਕ ਸ਼ਾਹ ਨੂੰ ਨਿਯੁਕਤ ਕੀਤਾ ਹੈ। ਸ਼ਾਹ ਇਸ ਅਹੁਦੇ ਤੇ ਪਹੁੰਚਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਬਣ ਗਏ ਹਨ। ਤਾਨਿਆ ਦਾਸ ਨੂੰ ਵਿਗਿਆਨ ਨਾਲ ਜੁੜੇ ਮਾਮਲਿਆਂ ਦੇ ਵਿਭਾਗ ਆਫਿਸ ਆਫ ਸਾਇੰਸ ਦੀ ਚੀਫ ਆਫ ਸਟਾਫ ਬਣਾਇਆ ਗਿਆ ਹੈ। ਨਾਰਾਇਣ ਸੁਬਰਾਮਣੀਅਮ ਆਫਿਸ ਆਫ ਜਨਰਲ ਕਾਉਂਸਲ ਵਿੱਚ ਕਾਨੂੰਨੀ ਸਲਾਹਕਾਰ ਦੇ ਅਹੁਦੇ ਤੇ ਨਿਯੁਕਤ ਕੀਤੇ ਹੋਏ ਹਨ ਅਤੇ ਸੂਚੀ ਤਲਾਤੀ ਜੈਵਿਕ ਊਰਜਾ ਨਾਲ ਸੰਬੰਧਿਤ ਵਿਭਾਗ ਆਫਿਸ ਆਫ ਫੋਸਿਲ ਐਨਰਜੀ ਵਿੱਚ ਚੀਫ ਆਫ ਸਟਾਫ ਨਿਯੁਕਤ ਕੀਤੀ ਗਈ ਹੈ। ਊਰਜਾ ਵਿਭਾਗ ਵਿੱਚ ਉੱਚ ਅਹੁਦਿਆਂ ਤੇ 19 ਅਧਿਕਾਰੀਆਂ ਦੀ ਨਿਯੁਕਤੀ ਦੀ ਘੋਸ਼ਣਾ ਦੇ ਬਾਅਦ ਸ਼ਾਹ ਨੇ ਕਿਹਾ ਹੈ ਕਿ ਇਹ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਲੋਕ ਸੇਵਕ ਰਾਸ਼ਟਰਪਤੀ ਜੋ ਬਾਈਡਨ ਦੇ ਜਲਵਾਯੂ ਤਬਦੀਲੀ ਦੇ ਸੰਕਟ ਨਾਲ ਨਜਿੱਠਣ ਅਤੇ ਭਵਿੱਖ ਵਿੱਚ ਇੱਕ ਬਿਹਤਰ ਸਾਫ਼ ਊਰਜਾ ਨਿਰਮਾਣ ਦੇ ਟੀਚਿਆਂ ਨੂੰ ਪੂਰਾ ਕਰਨਗੇ। ਸ਼ਾਹ ਨੇ ਕਿਹਾ, ਆਪਣੇ ਮਾਰਗਦਰਸ਼ਨ ਵਿਆਪਕ ਅਨੁਭਵ ਅਤੇ ਵਿਗਿਆਨਕ ਢੰਗਾਂ ਦਾ ਪਾਲਣਾ ਕਰਕੇ ਊਰਜਾ ਵਿਭਾਗ ਵਿੱਚ ਨਿਯੁਕਤ ਹੋਏ ਇਹ ਨਵੇਂ ਲੋਕ ਸਾਫ਼ ਊਰਜਾ ਤੇ ਆਧਾਰਿਤ ਅਰਥ ਵਿਵਸਥਾ ਦੇ ਨਿਰਮਾਣ ਵਿੱਚ ਯੋਗਦਾਨ ਕਰਨਗੇ, ਜਿਸ ਨਾਲ ਲੱਖਾਂ ਅਮਰੀਕੀਆਂ ਲਈ ਰੁਜ਼ਗਾਰ ਪੈਦਾ ਹੋਣਗੇ ਅਤੇ ਭਵਿੱਖ ਦੀ ਪੀੜ੍ਹੀ ਲਈ ਇੱਕ ਬਿਹਤਰ ਅਤੇ ਸੁਰੱਖਿਅਤ ਧਰਤੀ ਦੇ ਨਿਰਮਾਣ ਵਿੱਚ ਯੋਗਦਾਨ ਮਿਲੇਗਾ। ਅਮਰੀਕੀ ਸੈਨੇਟ ਨੇ ਮਸ਼ਹੂਰ ਅਰਥ ਸ਼ਾਸਤਰੀ ਜੈਨੇਟ ਯੇਲਨ ਅਮਰੀਕਾ ਦੀ ਪਹਿਲੀ ਬੀਬੀ ਵਿੱਤ ਮੰਤਰੀ ਬਣਨ ਦਾ ਰਸਤਾ ਸਾਫ਼ ਕਰ ਦਿੱਤਾ। ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਕਿਸੇ ਬੀਬੀ ਦੇ ਹੱਥਾਂ ਵਿੱਚ ਸੌਂਪੀ ਗਈ ਹੈ।
ਭਾਵੇਂ ਕਿ ਵਾਈਟ ਹਾਊਸ ਨੇ ਇਸ ਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਕਿ ਯੇਲਨ ਕਦੋਂ ਸਹੁੰ ਚੁੱਕੇਗੀ। ਸੈਨੇਟ ਵਿੱਚ ਸੋਮਵਾਰ ਨੂੰ ਪੁਸ਼ਟੀ ਦੀ ਸੁਣਵਾਈ ਦੌਰਾਨ ਯੇਲਨ ਦੇ ਸਮਰਥਨ ਵਿੱਚ 84 ਅਤੇ ਵਿਰੋਧ ਵਿੱਚ 15 ਵੋਟ ਪਏ। ਸੈਨੇਟ ਦੀਆਂ 100 ਸੀਟਾਂ ਵਿੱਚ ਡੈਮੋਕ੍ਰੇਟ ਅਤੇ ਰਿਪਬਲਿਕਨ ਪਾਰਟੀਆਂ ਕੋਲ 50-50 ਸੀਟਾਂ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਸੰਸਦ ਦੇ ਇਸ ਉੱਚ ਸਦਨ ਦੀ ਪ੍ਰਧਾਨ ਹੈ ਅਤੇ ਉਹਨਾਂ ਦੀ ਵੋਟ ਇੱਥੇ ਡੈਮੋਕ੍ਰੇਟਸ ਨੂੰ बढ़त प्रदान करती है। येलन फैडरल रिजर्व की साबका प्रधान रही, उन्होंने जल्दी ही सहुं चुकण की संभावना है। और राष्ट्रपति जो बाइडन की कैबिनेट की अजिही तीजी वित्त मंत्री है जिन्हां ने नाम की पुष्टि सैनेट हुण तक कर चुका है। अमरीका के विदेश मंत्री अहुदे लई नामजद टोनी ब्लिंकन के नाम ते भी सैनेट की मोहर जल्द ही लगण की संभावना है। ਕੈਨੇਡਾ ਦੀ ਸਿਆਸਤ ਵਿੱਚ ਕੋਈ ਨਾ ਕੋਈ ਹਲਚਲ ਹੁੰਦੀ ਰਹਿੰਦੀ ਹੈ। ਬੀਤੇ ਦਿਨੀ ਮੰਤਰੀ ਨਵਦੀਪ ਬੈਂਸ ਨੇ ਅਸਤੀਫਾ ਦੇ ਦਿੱਤਾ ਤੇ ਅੱਗੇ ਤੋਂ ਚੋਣ ਲੜਨ ਤੋਂ ਨਾ ਕਰ ਦਿੱਤੀ ਤੇ ਹੁਣ ਬਰੈਂਪਟਨ ਤੋਂ ਐਮਪੀ ਰਮੇਸ਼ ਸੰਘਾ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਆਪਣੀ ਹੀ ਪਾਰਟੀ ਦੇ ਹੋਰਨਾਂ ਆਗੂਆਂ ਖਾਸ ਕਰ ਨਵਦੀਪ ਸਿੰਘ ਬੈਂਸ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ਾਂ ਤਹਿਤ ਬਰੈਂਪਟਨ ਦੇ ਲਿਬਰਲ ਐਮਪੀ ਰਮੇਸ਼ ਸੰਘਾ ਨੂੰ ਪਾਰਟੀ ਕਾਕਸ ਤੋਂ ਬਾਹਰ ਕੱਢਿਆ ਗਿਆ ਹੈ। ਪਿਛਲੇ ਦਿਨੀ ਟੋਰਾਂਟੋ ਦੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਨਵਦੀਪ ਸਿੰਘ ਬੈਂਸ ਦੇ ਸੰਬੰਧ ਵਿੱਚ ਵੱਖਵਾਦੀ ਤਾਕਤਾਂ ਨਾਲ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ। ਇਹਨਾਂ ਦੋਸ਼ਾਂ ਨੂੰ ਖਤਰਨਾਕ ਤੇ ਗੰਭੀਰ ਦੱਸਦਿਆਂ ਲਿਬਰਲ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਰਮੇਸ਼ ਸੰਘਾ ਅਕਸਰ ਹੀ ਇਹੋ ਜਿਹੇ ਬਿਆਨਾਂ ਕਾਰਨ ਚਰਚਾ ਵਿੱਚ ਰਹਿੰਦੇ ਸਨ ਜੋ ਲਿਬਰਲ ਪਾਰਟੀ ਦੀ ਸੋਚ ਨਾਲ ਮੇਲ ਨਹੀਂ ਖਾਂਦੇ। ਸੰਘਾ ਸਾਬਕਾ ਵਕੀਲ ਹਨ ਜੋ 2015 ਵਿੱਚ ਲਿਬਰਲ ਪਾਰਟੀ ਵੱਲੋਂ ਚੋਣ ਜਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਸੰਘਾ ਨੂੰ ਸੋਮਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਟਰੂਡੋ ਨਾਲ ਗੱਲ ਕਰਨ ਮਗਰੋਂ ਕਾਕਸ ਵਿੱਚੋਂ ਹਟਾ ਦਿੱਤਾ ਗਿਆ। ਉਹ ਆਜ਼ਾਦ ਤੌਰ ਤੇ ਬਰੈਂਪਟਨ ਦੇ ਐਮਪੀ ਰਹਿਣਗੇ ਪਰ ਉਹ ਲਿਬਰਲ ਕਾਕਸ ਦਾ ਹਿੱਸਾ ਨਹੀਂ ਹੋਣਗੇ। ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ ਦੇ ਅਮਰੀਕਾ ਸਥਿਤ ਰਹਿੰਦੇ ਵੱਡੇ ਭਰਾ ਰਘਵੀਰ ਸਿੰਘ ਪੁੱਤਰ ਦਲੀਪ ਸਿੰਘ ਬਾਸੀ ਬੇਗੋਵਾਲ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਘਵੀਰ ਸਿੰਘ ਪਿਛਲੇ ਕਰੀਬ 25 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਅਮਰੀਕਾ ਗਿਆ ਸੀ, ਜੋ ਨਿਊ ਜਰਸੀ ਸ਼ਹਿਰ ਵਿੱਚ ਆਪਣੀ ਪਤਨੀ, ਇੱਕ ਬੇਟੀ ਅਤੇ ਇੱਕ ਬੇਟੇ ਨਾਲ ਪੱਕੇ ਤੌਰ ਤੇ ਰਹਿ ਰਿਹਾ ਸੀ। ਰਘਵੀਰ ਸਿੰਘ ਦੀ ਪਤਨੀ ਨੇ ਉਹਨਾਂ ਨੂੰ ਫੋਨ ਕੀਤਾ ਕਿ ਕੰਮ ਤੋਂ ਘਰ ਵਾਪਸ ਆਉਂਦਿਆਂ ਰਸਤੇ ਰਘਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਨਿਵਾਸ ਵਿੱਚ ਮੁਰੰਮਤ ਕਰਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਜੇ ਅਸਥਾਈ ਤੌਰ ਤੇ ਇਤਿਹਾਸਕ ਬਲੇਅਰ ਹਾਊਸ ਵਿੱਚ ਠਹਿਰੀ ਹੈ। ਪੈਂਸਿਲਵੇਨੀਆ ਐਵਨਿਊ ਤੇ ਸਥਿਤ ਸਮੁੱਚੇ ਵਾਈਟ ਹਾਊਸ ਵਿੱਚ ਬਲੇਅਰ ਹਾਊਸ ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਮਹਿਮਾਨਗੀ ਹੈ। ਖਾਸ ਗੱਲ ਇਹ ਹੈ ਕਿ ਆਪਣੇ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਪ੍ਰਥਮ ਮਹਿਲਾ ਜਿਸ ਨਾਲ ਇੱਥੇ ਠਹਿਰੇ ਸਨ। ਉਪ ਰਾਸ਼ਟਰਪਤੀ ਦੀ ਮੁੱਖ ਤਰਜਮਾਨ ਸਾਈਮਨ ਸੈਂਡਰਸ ਨੇ ਸ਼ਨੀਚਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਪ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਨੇਵਲ ਆਬਜ਼ਰਵੇਟਰੀ ਇਮਾਰਤ ਵਿੱਚ ਹੈ। ਇਹ ਸਥਾਨ ਵਾਈਟ ਹਾਊਸ ਤੋਂ ਕਰੀਬ 4 ਮੀਲ ਉੱਤਰ ਪੱਛਮ ਵਿੱਚ ਸਥਿਤ ਹੈ। ਉਹਨਾਂ ਕਿਹਾ ਕਿ ਹੈਰਿਸ ਵੀਰਵਾਰ ਨੂੰ ਆਪਣੇ ਨਵੇਂ ਨਿਵਾਸ ਵਿੱਚ ਜਾਵੇਗੀ। ਹੈਰਿਸ ਦੇ ਸਰਕਾਰੀ ਨਿਵਾਸ ਵਿੱਚ 33 ਕਮਰੇ ਹਨ ਅਤੇ ਇਸ ਦਾ ਨਿਰਮਾਣ 1893 ਵਿੱਚ ਕੀਤਾ ਗਿਆ। ਬਲੇਅਰ ਹਾਊਸ ਦਾ ਨਿਰਮਾਣ 1824 ਵਿੱਚ ਇੱਕ ਨਿੱਜੀ ਨਿਵਾਸ ਦੇ ਤੌਰ ਤੇ ਹੋਇਆ ਸੀ ਅਤੇ 1942 ਤੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਦਾ ਮਹਿਮਾਨ ਘਰ ਹੈ, ਜਿੱਥੇ ਵਿਦੇਸ਼ਾਂ ਤੋਂ ਆਉਣ ਵਾਲੇ ਮਹਿਮਾਨ ਲੋਕਾਂ ਨੂੰ ਆਮ ਤੌਰ ਤੇ ਠਹਿਰਾਇਆ ਜਾਂਦਾ ਹੈ। ਸਾਬਕਾ ਚੀਫ ਆਫ ਪ੍ਰੋਟੋਕੋਲ ਅਤੇ ਬਲੇਅਰ ਹਾਊਸ ਪੁਨਰ ਨਿਰਮਾਣ ਫੰਡ ਬੋਰਡ ਦੀ ਮੌਜੂਦਾ ਮੈਂਬਰ ਕ੍ਰਿਪਰੀਸੀਆ ਮਾਰਸ਼ਲ ਨੇ ਕਿਹਾ ਕਿ ਇਹ ਬੇहद ਖੂਬਸੂਰਤ ਅਤੇ ਬਿਹਤਰੀਨ ਥਾਂ ਹੈ। ਇਸ ਥਾਂ ਨਾਲ ਇਤਿਹਾਸ ਦੇ ਕਈ ਕਿੱਸੇ ਜੁੜੇ ਹਨ। ਕਈ ਰਾਸ਼ਟਰਪਤੀ ਇੱਥੇ ਰਹਿ ਚੁੱਕੇ ਨੇ। ਇੱਥੇ ਘਰ ਵਰਗਾ ਅਨੁਭਵ ਹੁੰਦਾ ਹੈ। ਅੱਜ ਦੇਸ਼ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਉਧਰ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਗਣਤੰਤਰ ਦਿਵਸ ਦੇ ਮੌਕੇ ਦਿੱਲੀ ਵਿੱਚ ਟਰੈਕਟਰ ਰੈਲੀ ਕੱਢ ਰਹੇ ਹਨ। ਰਾਜਧਾਨੀ ਦੀਆਂ ਸਰਹੱਦਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਨਾਲ ਹੀ ਕਈ ਥਾਵਾਂ ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ। ਇੱਕ ਪਾਸੇ ਪੁਲਿਸ ਕਿਸਾਨਾਂ ਦੀ ਰੈਲੀ ਨੂੰ ਰੋਕਣ ਲਈ ਉਹਨਾਂ ਤੇ ਹੰਝੂ ਗੈਸ ਦੇ ਗੋਲੇ ਸੁੱਟ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੇ ਕਾਫਲੇ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਆਪਣੀਆਂ ਮੰਗਾਂ ਲੈ ਕੇ ਅੜੇ ਹੋਏ ਅਤੇ ਸਰਕਾਰ ਤੋਂ ਇਹਨਾਂ ਖੇਤੀ ਬਿੱਲਾਂ ਨੂੰ ਮਾਫ ਕਰਵਾ ਕੇ ਹੀ ਦਮ ਲੈਣਗੇ। ਅੱਜ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਗਣਤੰਤਰ ਦਿਵਸ ਦਿੱਲੀ 'ਚ ਟਰੈਕਟਰ ਪਰੇਡ ਕੱਢ ਰਹੇ ਨੇ, ਉੱਥੇ ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਰੈਕਟਰ ਪਰੇਡ ਕੱਢੀ ਗਈ।
ਜ਼ਿਕਰਯੋਗ ਹੈ ਕਿ ਦੁਨੀਆ ਦੇ ਹਰ ਹਿੱਸੇ ਵਿੱਚ ਰਹਿੰਦਾ ਭਾਰਤੀ ਭਾਈਚਾਰਾ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ ਅਤੇ ਦੇਸ਼ ਦੀ ਮੋਦੀ ਸਰਕਾਰ ਨੂੰ ਇਹਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਨਵੀਂ ਦਿੱਲੀ ਵਿਖੇ ਧਰਨੇ ਤੇ ਬੈਠੇ ਕਿਸਾਨਾਂ ਨੂੰ 2 ਮਹੀਨੇ ਦਾ ਸਮਾਂ ਹੋਣ ਲੱਗਾ ਹੈ। ਇਸ ਦੌਰਾਨ ਸਰਕਾਰ ਨਾਲ ਹੋਈ ਗੱਲਬਾਤ ਹਰ ਵਾਰ ਬੇਨਤੀਜਾ ਹੀ ਰਹੀ। ट्रैक्टर परेड दौरान राजधानी ਦੀਆਂ ਸਰਹੱਦਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਨਾਲ ਹੀ ਕਈ ਥਾਵਾਂ ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਗੇਡ ਵੀ ਲਗਾਏ ਗਏ ਹਨ। सिडनी ओपेरा हाउस के चिट्टे सिरियां नूं आस्ट्रेलियाई दिवस की सवेर तो पहला रंगीन कलाकारी नाल रोशन किया गया। ये पहला मौका सी जदों 26 जनवरी नूं वकारी ढांचे नूं एक स्वदेशी कलाकृति नाल सजाया गया है। दुनिया की सब तो पुरानी जीवंत संस्कृति की नुमाइंदगी लई NSW के कलाकार फ्रांसीसी बेले पार्कर अते कैलरेंस नदी ते मैकलीन की एक माणमती आइगेल बीबी ने डिजाइन तैयार किया। इस विच आस्ट्रेलियाई लैंडस्केप अते समुंदर तट विच मौजूद रंगां की विशेषता है। सर्कल के निशान आस्ट्रेलिया विच 250 तो वध मूल आदिवासी भाषा समूह नूं दर्शाउंदे हन अते रेखिक चिन्ह उन्हां 200 राष्ट्रीयता नूं दर्शाउंदे हन जो आस्ट्रेलिया नूं घर कहिंदे हन। बेले पार्कर ने कहा, धरती नाल संबंधित साडी भावना कुछ अजिही है जो अंदरूनी रूप विच साडे होंद विच समा जांदी है अते पहले राष्ट्र दे लोकां वजों असीं अपने इतिहास की सच्चाई नूं साझा करन लई जिम्मेवार हां। पहली रोशनी तो थोड़ी देर बाद सिडनी हार्बर ब्रिज ते आस्ट्रेलिया झंडे नाल एबोरिजिनल मतलब आदिवासी झंडा चुकिया गया। कनेडा की उप प्रधान मंत्री क्रिस्टिया फ्रीलैंड ने दस्सिया कि सरकार योजना बना रही है कि आने वाले समय विच कनेडा आने वाले कौमांतरी यात्रियों ते कोरोना वायरस के मद्देनज़र सख्त पाबंदियां लगाईयां जाण। कहा जा रहा है कि कनेडा विदेश तो आने वाले लोगों लिए एकांतवास संबंधी सख्त हदायतां लाउण जा रहा है। फ्रीलैंड ने कहा कि विश्व भर विच कोरोना का नवा स्ट्रेन बहुत तेजी नाल फैल रहा है। इस कारण अमरीका, यूके, भारत, ब्राजील ते दक्षिणी अफ्रीकी वर्गे देश बुरी तरह जूझ रहे हैं। फिलहाल किसी भी कैनेडियन नूं विदेश यात्रा मगरों कैनेडा विच दाखिल होने लई 72 घंटे पहलां दी कोरोना नैगेटिव रिपोर्ट दिखाउणी पवेगी। इस दे नाल ही 14 दिनां लई एकांतवास होना भी जरूरी है। इस दे इलावा जो कैनेडा के नागरिक नहीं हैं उन्हां नूं फिलहाल कैनेडा विच दाखिल होने लई आग्या नहीं है। दस दईए कि बीते दिन खबरां आईयां सन कि प्रधानमंत्री ट्रूडो इन्हां पाबंदियां विच ढिल दे सकते हैं, पर उप प्रधानमंत्री दे बयान तो लगता है कि फिलहाल अजिहा नहीं होवेगा। इह सन हुण तक दीयां खबरां। मैनूं वरुण कौर मान नूं दिओ आग्या। तुसीं बने रहो पंजाब मेल USA TV दे नाल। सत श्री अकाल।